ਹੈਲੋ ਨਰਸਿੰਗ ਆਫਿਸਰਸ, ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬ ਨਰਸਿੰਗ ਆਫਿਸਰਸ। ਜਿਵੇਂ ਕਿ ਆਪਾਂ ਆਪਣੀ ਲਾਸਟ ਵੀਡੀਓ ਵਿੱਚ GCS ਸਕੋਰ ਡਿਸਕਸ ਕਰਿਆ ਸੀ, ਸੋ ਉਸ ਦੇ ਰਿਲੇਟਡ MCQs ਅੱਜ ਆਪਾਂ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰਿਆਂ ਨੇ ਕੁਐਸਚਨ ਧਿਆਨ ਨਾਲ ਸੁਣਨੇ ਆ, ਤੁਸੀਂ ਸਾਰਿਆਂ ਨੇ MCQs ਸੋਲਵ ਕਰਨੇ ਨੇ। ਵੀਡੀਓ ਦੇ ਲਾਸਟ ਵਿੱਚ ਤੁਸੀਂ ਦੱਸਣਾ ਹੈ ਕਿ ਤੁਹਾਡੇ ਕਿੰਨੇ MCQs ਠੀਕ ਗਏ ਨੇ। ਸੋ ਫਰਸਟ ਕੁਐਸਚਨ ਇਜ਼, a patient has experienced a brain injury. You note that written in the progress notes that physician says that patient has GCS of 10, E3, V3 and M4. What is the level of brain injury in this patient? So patient ਨੂੰ ਕੀ ਹੈ, brain injury ਹੈ ਤੇ ਜਿਸ ਦਾ GCS ਹੈ 10, E3, V3 and M4. So level of brain injury, basically brain injury ਦੀ classification ਹੁੰਦੀ ਹੈ on the basis of GCS. GCS score ਅਗਰ 3 to 8 होए तो severe brain injury. If GCS score is 9 to 12 then it indicate moderate brain injury, and if GCS score is 13 to 15 then it indicate mild brain injury. So ਜਿਹੜਾ ਆਪਣਾ GCS score ਹੈ ਉਹ ਕਿਸ classification ਵਿੱਚ enter ਕਰ ਰਿਹਾ ਹੈ, 9 to 12, that is moderate brain injury. So right answer is moderate brain injury. Option B is the right answer. ਹੁਣ ਚੱਲਦੇ ਆਪਾਂ next question ਦੀ ਤਰਫ। But Glasgow Coma scale score usually require intubation because the airway reflexes are affected. So option A 10 or less, option B 9 or more, option C 8 or less, option D 10 or more. So ਸਾਡਾ question ਕੀ ਹੈ ਕਿ intubation ਦੀ ਕਦੋਂ ਲੋੜ ਪੈਂਦੀ ਹੈ patient ਨੂੰ। So according to question, ਅਗਰ airway reflexes affected ਨੇ ਤਾਂ patient ਨੂੰ ਕਿਆ risk ਹੈ, ਰਿਸਕ ਆਫ ਐਸਪੀਰੇਸ਼ਨ। ਸੋ ਆਪਾਂ ਜਿਵੇਂ ਕਿ ਲਾਸਟ ਵੀਡੀਓ ਵਿੱਚ ਡਿਸਕਸ ਕਰਿਆ ਸੀ, ਅਗਰ GCS ਸਕੋਰ 8 ਔਰ ਲੈਸ ਹੋਏ ਦੈਨ ਪੇਸ਼ੈਂਟ ਨੂੰ ਇੰਟੂਬੇਸ਼ਨ ਦੀ ਲੋੜ ਹੁੰਦੀ ਹੈ, ਮੀਨਸ ਪੇਸ਼ੈਂਟ ਇਜ਼ ਇਨ ਕੋਮਾ। ਸੋ ਕੋਮਾ ਵਾਲੇ ਪੇਸ਼ੈਂਟ ਨੂੰ ਇੰਟੂਬੇਸ਼ਨ ਦੀ ਲੋੜ ਹੁੰਦੀ ਹੈ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਇੱਕ ਸਟੇਟਮੈਂਟ ਦਿੱਤੀ ਗਈ ਹੈ ਤੁਹਾਡੇ ਸਾਹਮਣੇ, ਟਰੂ ਔਰ ਫਾਲਸ ਦੱਸਣਾ ਹੈ, ਜਿਸ ਵਿੱਚ ਦ ਨਰਸ ਇਜ਼ ਅਸੈਸਿੰਗ ਦ ਗਲਾਸਗੋ ਕੋਮਾ ਸਕੇਲ ਇਨ ਅ ਪੇਸ਼ੈਂਟ ਬਟ ਇਜ਼ ਅਨੇਬਲ ਟੂ ਅਸੈਸ ਦ ਬੈਸਟ ਵਰਬਲ ਰਿਸਪੌਂਸ ਡਿਊ ਟੂ ਇੰਟੂਬੇਸ਼ਨ। Therefore the nurse should assign 1 point for the patient verbal response. So ਇੱਕ ਪੇਸ਼ੈਂਟ ਹੈ ਜਿਹੜਾ ਕਿ ਇੰਟੂਬੇਟਡ ਹੈ ਤੇ ਨਰਸ ਨੇ GCS ਸਕੋਰ ਅਸੈਸ ਕਰਨਾ ਹੈ, ਬਟ ਡਿਊ ਟੂ ਇੰਟੂਬੇਸ਼ਨ ਪੇਸ਼ੈਂਟ ਬੋਲ ਨਹੀਂ ਸਕਦਾ। ਐਜ਼ ਯੂ ਨੋ ਕਿ ਇੰਟੂਬੇਸ਼ਨ ਦੇ ਕਾਰਨ ਪੇਸ਼ੈਂਟ ਵਰਬਲ ਰਿਸਪੌਂਸ 'ਚ ਨਹੀਂ ਰਿਪਲਾਈ ਕਰ ਸਕਦਾ। ਸੋ ਅਕੋਰਡਿੰਗ ਟੂ ਕੁਐਸਚਨ ਨਰਸ ਨੇ ਉਹਨੂੰ 1 ਸਕੋਰ ਦਿੱਤਾ ਵਰਬਲ ਰਿਸਪੌਂਸ ਵਿੱਚ। ਸੋ ਇਹ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ? ਸੋ ਆਨਸਰ ਇਜ਼ ਰੋਂਗ। ਸੋ ਅਗਰ ਕਿਸੇ ਸਰਕਮਸਟਾਂਸਿਸ 'ਚ ਆਪਾਂ GCS ਸਕੋਰ ਨਹੀਂ ਅਸੈਸ ਕਰ ਪਾ ਰਹੇ ਜਾਂ ਉਸ ਦਾ ਕੋਈ ਵੀ ਇੱਕ ਪਾਰਟ ਜਿਵੇਂ ਆਈ ਰਿਸਪੌਂਸ ਹੈ ਜਾਂ ਵਰਬਲ ਰਿਸਪੌਂਸ ਹੈ ਆਪਾਂ ਨਹੀਂ ਅਸੈਸ ਕਰ ਪਾ ਰਹੇ, ਦੈਨ ਨਰਸ ਸ਼ੁਡ ਰਾਈਟ ਇਟ ਐਜ਼ ਨੋਟ ਟੈਸਟੇਬਲ। ਤੋ ਰੋਂਗ ਇਨਫੋਰਮੇਸ਼ਨ ਨਹੀਂ ਲਿਖਣੀ ਹੈ, ਨੋਟ ਟੈਸਟੇਬਲ ਲਿਖਣਾ ਹੈ। ਸੋ ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਵੈਨ ਅ ਨਰਸ ਅਰਾਈਵਸ ਟੂ ਦ ਪੇਸ਼ੈਂਟ ਐਟ ਬੈਡ ਸਾਈਡ, patient is looking around, patient tells to nurse that they are at concert hall and the year is 1960, but he state his correct name, and the patient successfully open mouth and stick out his tongue when nurse asks to do that. So basically question ਵਿੱਚ ਕਿਹਾ ਕੀ ਗਿਆ ਹੈ ਕਿ ਜਦੋਂ ਨਰਸ ਪੇਸ਼ੈਂਟ ਦੇ ਬੈਡ ਸਾਈਡ ਤੇ ਜਾਂਦੀ ਹੈ, ਪੇਸ਼ੈਂਟ ਆਸ-ਪਾਸ ਦੇਖ ਰਿਹਾ ਹੈ, ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ, ਆਈ ਰਿਸਪੌਂਸ। ਪੇਸ਼ੈਂਟ ਤੁਹਾਨੂੰ ਦੱਸ ਰਿਹਾ ਹੈ ਕਿ ਆਪਾਂ ਇੱਕ ਕਨਸਰਟ ਹਾਲ 'ਚ ਹਾਂ ਤੇ ਈਅਰ 1960 ਹੈ, ਬਟ ਬੇਸਿਕਲੀ ਜੋ ਈਅਰ ਚੱਲ ਰਿਹਾ ਹੈ ਇਟ ਇਜ਼ 2023, ਬਟ ਪੇਸ਼ੈਂਟ ਜੋ ਆਪਣਾ ਕਰੈਕਟ ਨੇਮ ਦੱਸ ਰਿਹਾ ਹੈ। ਇਸ ਆਨਸਰ ਤੋਂ ਸਾਨੂੰ ਕੀ ਪਤਾ ਲੱਗ ਰਿਹਾ ਹੈ, ਵਰਬਲ ਰਿਸਪੌਂਸ। ਨੈਕਸਟ ਇਨਫੋਰਮੇਸ਼ਨ ਹੈ ਜੋ ਪੇਸ਼ੈਂਟ ਸਕਸੈਸਫੁਲੀ ਓਪਨ ਦਾ ਮਾਊਥ ਐਂਡ ਸਟਿਕ ਆਊਟ ਹਿਸ ਟੰਗ ਵੈਨ ਆਸਕਡ ਟੂ ਡੂ ਦੈਟ। ਸੋ ਪੇਸ਼ੈਂਟ ਨੂੰ ਜਦੋਂ ਨਰਸ ਬੋਲ ਰਹੀ ਹੈ ਕਿ ਆਪਣਾ ਮੂੰਹ ਖੋਲੋ, अपनी जीभ बाहर निकालो, तो वो इंस्ट्रक्शन फॉलो कर रहा है। सो इस चीज़ तो सानू की पता लगता है, मोटर रिस्पॉन्स। हुण चलते आपां ऑप्शन दी तरफ। ऑप्शन ए GCS इज 14, E4, V4, M6, ऑप्शन B GCS इज 11, E3, V3, M3, ऑप्शन C GCS इज 15, E4, V5, M6, ऑप्शन D GCS इज 13, E4, V5, M6। ਸੋ ਕਿਹੜਾ ਇਹਨਾਂ ਚੋਂ ਰਾਈਟ ਆਨਸਰ ਹੈ? ਜਦੋਂ ਅਸੀਂ ਚੱਲਦੇ ਹਾਂ ਬੇਸਿਕ ਇਨਫੋਰਮੇਸ਼ਨ ਜੋ ਕੁਐਸਚਨ 'ਚ ਦਿੱਤੀ ਗਈ ਹੈ, ਪੇਸ਼ੈਂਟ ਇਜ਼ ਲੁਕਿੰਗ ਅਰਾਊਂਡ।
आई रिस्पॉन्स की है स्पॉन्टेनियस आई ओपनिंग है, पेशेंट ਨੂੰ ਆਪਾਂ ਬੋਲ ਨਹੀਂ ਰਹੇ ਆ, ਆਪਾਂ ਸਾਡੇ ਬੋਲਣ ਤੇ ਅੱਖਾਂ ਨਹੀਂ ਖੋਲ ਰਹੇ, पेशेंट इज स्पॉन्टेनियसली ओपनिंग द आई। सो ई की होया E4। नेक्स्ट क्या है, patient tells you that they are at concert hall and the year is 1960 but he state his correct name। so patient ਤੁਹਾਨੂੰ ਦੱਸ ਰਿਹਾ ਹੈ ਕਿ ਆਪਾਂ ਇੱਕ concert hall ਚ ਆ ਤੇ year 1960 ਹੈ but ਉਹ ਤੁਹਾਨੂੰ correct name ਦੱਸ ਰਿਹਾ ਹੈ। so somewhat patient confused ਹੈ। so verbal response ਚ ਜੋ second score ਸੀ B4, patient confused ਹੈ but ਉਹ ਦੱਸ ਰਿਹਾ ਹੈ, ਉਹ ਆਪਣਾ correct name ਦੱਸ ਰਿਹਾ ਹੈ। so next information ਸਾਨੂੰ ਕੀ ਹੈ कि patient successfully open the mouth and protrude his tongue। so जिवें staff ने बोलिया patient ਉਹ instruction follow कर रहा है। so motor response की है patient ਦਾ M6, patient obey कर रहा है command ਨੂੰ। so साडा best answer की होया E4 B4 M6। so answer is option A, GCS is 14, E4 B4 M6। ਹੁਣ ਚੱਲਦੇ ਆਪਾਂ next question ਦੀ ਤਰਫ। When you arrive to the patient's bedside, the patient's eyes are closed, but he open eyes when you speak to the patient। Next information की है question, the patient does not respond appropriately to the question asked and says the word that don't make sense। तो इस तो की पता चलता है ਆਪਾਂ ਨੂੰ verbal response। Next, in addition to that, patient can't obey a motor command, but when you apply a pressure or pain to the patient moves to locate and remove the stimulus। ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ motor response। ਇਸ ਦੇ options ਕੀ ਨੇ, option A GCS 12 E3 V4 M5, option B GCS 8 E2 V4 M2, option C GCS 11 E3 B3 M3, option D GCS 10 E3 V3 M4। so basically ਸਾਨੂੰ question ਵਿੱਚ information ਕੀ ਦਿੱਤੀ ਗਈ ਹੈ, when you arrive to the patient's bedside, the patient's eyes are closed, patient ਦੀ eyes closed ਨੇ but ਜਦੋਂ nurse patient ਨੂੰ ਕੋਈ ਗੱਲ ਪੁੱਛ ਰਹੀ ਹੈ ਤਾਂ patient eyes open ਕਰ ਰਿਹਾ ਹੈ, this means eyes opening to speech। I response ਕੀ ਹੋਇਆ E3। so next information ਕੀ ਦਿੱਤੀ ਗਈ ਹੈ question ਚ, when you speak to the patient does not respond appropriately and says inappropriate words। so next information क्या है, verbal response कि patient inappropriate words बोल रहा है। so verbal response ਦਾ score ਕੀ ਹੋਇਆ B3। next information ਕੀ ਦਿੱਤੀ ਗਈ ਹੈ, patient can't obey command but he localize the pain। so ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ, ਇਸ ਤੋਂ ਸਾਨੂੰ motor response ਪਤਾ ਲੱਗਦਾ ਹੈ। so motor response ਕੀ ਹੋਇਆ M5 ਕਿ ਪੇਸ਼ੈਂਟ ਪੇਨ ਲੋਕਲਾਈਜ਼ ਕਰ ਰਿਹਾ ਹੈ ਤੇ ਆਪਣਾ ਜੋ ਪੇਨ ਜਿੱਥੇ ਆਪਾਂ ਪੇਨ ਕਰ ਰਹੇ ਹਾਂ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੋ M5। ਸੋ ਟੋਟਲ ਸਕੋਰ ਕੀ ਹੋਇਆ E3 V3 M5। ਸੋ ਸਾਡੀ ਕਿਹੜੀ ਆਪਸ਼ਨ ਠੀਕ ਗਈ, ਸੋ ਆਪਸ਼ਨ C ਇਜ਼ ਰਾਈਟ ਆਨਸਰ, GCS ਇਜ਼ 11 E3 V3 M5। ਸੋ ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ, ਜੋ ਨੈਕਸਟ ਕੁਐਸਚਨ ਨੇ ਅਪਗਾਰ ਸਕੋਰ ਨਾਲ ਰਿਲੇਟਡ ਨੇ। ਸੋ ਫਰਸਟ ਕੁਐਸਚਨ ਇਜ਼ a newborn's 1 minute apgar score is 8, which of the following nursing intervention will you provide to the newborn? option A routine post delivery care, option B full resuscitation assistance is needed and reassess apgar score, option C continue to monitor and reassess the apgar score in 10 minutes, option D some resuscitation assistance such as oxygen। so basically question ਵਿੱਚ ਕੀ information ਦਿੱਤੀ ਗਈ ਹੈ कि अपगार स्कोर 8 है। सो सानू सारे नू पता है 8 अपगार स्कोर इज नॉर्मल, सो नो नीड टू डू एनी असिस्टेंट और रीअसेसिंग। सो क्वेश्चन विच इन्फॉर्मेशन दी गई है कि अपगार स्कोर 8 है। सो 8 मीन्स कि नॉर्मल अपगार स्कोर है, पर क्वेश्चन के अकॉर्डिंग ये 1 मिनट का अपगार स्कोर है। सो सानू रीअसेस कितने मिनट बाद करना है, 5 मिनट बाद। जो 5 मिनट बाद असेस करना है वो ऑप्शन क्वेश्चंस विच नहीं है, वो ऑप्शन सानू अवेलेबल नहीं है। सो जो अपगार स्कोर 8 है देन वी विल डू रूटीन पोस्ट डिलीवरी केयर टू द बेबी। तो जिस विच की हुंदा है बेबी नू ड्राई करना है, विटामिन के देना है, ब्रेस्ट फीडिंग इनिशिएट करवानी है। सो नेक्स्ट क्वेश्चन इज you are assessing 5 minute apgar score of a newborn baby. On assessment you note that the newborn patient
has heart rate of 97, no response to stimulation, placid, absent respiration, cyanotic throughout. What is the patient APGAR score? Option A APGAR 2, option B APGAR 3, option C APGAR 0, option D APGAR 1. सो सानू क्वेश्चन विच की इन्फॉर्मेशन दी गई है हार्ट रेट ऑफ 97. सो हार्ट रेट बिलो 100 है तो आप कितना स्कोर देवांगे 1 स्कोर. सो नेक्स्ट इन्फॉर्मेशन की है नो रिस्पॉन्स टू स्टिमुलेशन. सो नो रिस्पॉन्स टू स्टिमुलेशन आप कितना स्कोर देवांगे 0. सो बेबी फ्लैसिड है, फ्लैसिड और लिम्प, तो स्कोर कितना देवांगे 0. नेक्स्ट रेस्पिरेशन है जो एब्सेंट है. सो एब्सेंट रेस्पिरेशन मीन्स 0 स्कोर. एंड साइनोटिक थ्रू आउट द बॉडी, तो पूरी बॉडी साइनोटिक है. सो स्कोर कितना देवांगे आप 0. सो टोटल स्कोर साडा कितना बनया, टोटल APGAR स्कोर इज 1. सो राइट आंसर इज ऑप्शन डी, APGAR स्कोर इज 1. तो चलते हैं आप नेक्स्ट क्वेश्चन की तरफ. You are assessing the 5-minute APGAR score of a newborn baby. On assessment, you note that the following about the newborn patient: pink body and hand with cyanotic feet. Heart rate is 109, grimace to stimulation, placid and irregular cry. So what is the APGAR score? Option A APGAR 2, option B APGAR 5, ऑप्शन सी APGAR 4, ऑप्शन डी APGAR 8. तो बेसिकली की इन्फॉर्मेशन दी गई क्वेश्चन पिंक बॉडी एंड हैंड विद साइनोटिक फीट. सो बेबी दी बॉडी पिंक है बट जो फीट्स ने वो उत्थे साइनोसिस है. सो आप स्कोर कितना देवांगे 1. एंड नेक्स्ट इन्फॉर्मेशन की है हार्ट रेट इज 109. सो हार्ट रेट इज मोर देन 100. सो स्कोर कितना देवांगे 2. नेक्स्ट इन्फॉर्मेशन है ग्राइमेस टू स्टिमुलेशन. तो स्कोर कितना होया 1. नेक्स्ट है फ्लैसिड. तो एक्टिविटी की है फ्लैसिड है बेबी, तो स्कोर कितना होया 0. एंड नेक्स्ट इज इरेगुलर क्राई. तो इरेगुलर क्राई स्कोर कितना होया 1. तो टोटल APGAR स्कोर इज 5. सो ऑप्शन बी इज करेक्ट आंसर. APGAR 5 इज द करेक्ट आंसर. हम चलते हैं आप नेक्स्ट क्वेश्चन की तरफ. You are assessing the 1-minute APGAR score of a newborn. On assessment, you note that following about the newborn patient: heart rate is 101, cyanotic body and extremities, no response to stimulation, no flexion of extremities, and strong cry. What is the patient APGAR score? Option A APGAR 4, option B APGAR 6, option C APGAR 3, option D APGAR 2. तो बेसिकली की इन्फॉर्मेशन दी गई क्वेश्चन हार्ट रेट इज 101. सो हार्ट रेट इज मोर देन 100, देन स्कोर इज 2. सो नेक्स्ट इन्फॉर्मेशन है नो रिस्पॉन्स टू स्टिमुलेशन. सो नो रिस्पॉन्स टू स्टिमुलेशन स्कोर इज 0. नो फ्लेक्शन ऑफ एक्सट्रीमिटीज, तो स्कोर इज 0. एंड अ स्ट्रॉन्ग क्राई स्कोर इज 2. तो टोटल स्कोर इज 4. तो राइट ऑप्शन इज ऑप्शन ए APGAR 4. सो ये सी अज दे क्वेश्चन ਜਿਹੜੇ ਕਿ APGAR ਸਕੋਰ ਤੇ GC ਸਕੋਰ ਨਾਲ ਰਿਲੇਟਡ ਸੀਗੇ. ਸੋ ਇਹ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਨੇ. ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਟੌਪਿਕ ਸਮਝ ਆ ਗਿਆ ਹੋਵੇਗਾ. तो इसी तरह चैनल ਨਾਲ ਬਣੇ ਰਹੋ, ਚੈਨਲ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ. ਥੈਂਕ ਯੂ.